सत श्री अकाल PNCN देख रहे हो ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵੈਨਕੂਵਰ ਵਿੱਚ ਬਿਨਾਂ ਖਿੜਕੀ ਜਾਂ ਸਟੋਰੇਜ ਇੱਕ ਬੈੱਡ ਜਿੰਨੀ ਥਾਂ ਵਾਲਾ ਕਮਰਾ $750 ਨੂੰ ਕਿਰਾਏ ਤੇ ਲਾਇਆ ਗਿਆ। ਕੈਲਗਰੀ ਵਿੱਚ ਇੱਕ ਇੰਟਰਨੈਸ਼ਨਲ ਵਿਦਿਆਰਥੀ ਨੇ ਜਿੱਤੀ $2.5 ਲੱਖ ਦੀ ਲੋਟਰੀ। ਕਾਰਡੀਓਲੋਜਿਸਟ ਤੇ ਜਿਨਸੀ ਸ਼ੋਸ਼ਣ ਦੇ ਹੋਰ ਮਾਮਲੇ। ਉੱਤਰੀ ਵੈਨਕੂਵਰ ਵਿੱਚ 6 ਜਣੇ ਗ੍ਰਿਫਤਾਰ। ਨਸ਼ਾ, ਸੋਨਾ ਤੇ ਚਾਂਦੀ ਵੀ ਬਰਾਮਦ। ਸਰੀ ਵਿੱਚ ਇੱਕ ਲੜਕੀ ਤੇ ਬੱਸ ਵਿੱਚ ਵਿਅਕਤੀ ਨੇ ਕੀਤਾ ਹਮਲਾ। ਪਾਸਪੋਰਟ ਬੈਕਲੌਗ ਨੂੰ ਲੈ ਕੇ ਉੱਠੇ ਸਵਾਲ। ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਲਿਬਰਲ ਸਰਕਾਰ ਦੇ ਵੱਲੋਂ ਕੀ ਦਾਅਵਾ ਤੁਹਾਨੂੰ ਦੱਸਾਂਗੇ। ਇਸ ਦੇ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਖਾਸ ਤੌਰ ਦੇ ਉੱਤੇ ਮੈਟਰੋ ਵੈਨਕੂਵਰ, GTA ਖੇਤਰ ਤੇ ਇਹਨਾਂ ਖੇਤਰਾਂ ਵਿੱਚ ਘਰਾਂ ਦੇ ਰੇਟ ਦੇ ਨਾਲ ਹੀ ਸਮੇਤ ਕਿਰਾਏ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਤੇ ਲਗਾਤਾਰ ਵੱਧ ਰਹੇ ਨੇ ਤੇ ਇਸੇ ਨੂੰ ਲੈ ਕੇ ਕਈ ਉਦਾਹਰਨਾਂ ਵੀ ਦੇਖਣ ਨੂੰ ਮਿਲਦੀਆਂ ਨੇ। ਵੈਨਕੂਵਰ ਵਿੱਚ ਤਾਂ ਪਹਿਲਾਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਕਲੋਜ਼ਟ ਕਿਰਾਏ ਦੇ ਉੱਤੇ ਦੇਣ ਦੇ ਵਾਸਤੇ ਕਿਹਾ ਗਿਆ ਤੇ ਕੁਝ ਇਸੇ ਤਰ੍ਹਾਂ ਦੀ ਇੱਕ ਉਦਾਹਰਨ ਹੋਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਲੋਜ਼ਟ ਦੀ ਤਰ੍ਹਾਂ ਹੀ ਕਿਹਾ ਜਾ ਸਕਦਾ ਹੈ। ਛੋਟਾ ਕਮਰਾ ਜੋ ਕਿ ਡੈਨ ਕਹੀ ਜਾ ਰਹੀ ਹੈ ਉਸ ਨੂੰ $750 ਨੂੰ ਕਿਰਾਏ ਦੇ ਉੱਤੇ ਦੇਣ ਵਾਸਤੇ ਵਿਗਿਆਪਨ ਪਾਇਆ ਗਿਆ ਜਿਸ ਦੇ ਵਿੱਚ ਇੱਕ ਛੋਟਾ ਬੈੱਡ ਹੀ ਆ ਸਕਦਾ ਹੈ। ਤੁਹਾਨੂੰ ਦੱਸਦੇ ਕਿ ਕੀ ਹੈ ਪੂਰਾ ਮਾਮਲਾ। ਵੈਨਕੂਵਰ ਦੇ ਡਾਊਨਟਾਊਨ 'ਚ ਬਿਨਾਂ ਖਿੜਕੀ ਵਾਲੇ ਸਿੰਗਲ ਬੈੱਡ ਦੇ ਕਮਰੇ ਦਾ ਕਿਰਾਇਆ $750 ਪ੍ਰਤੀ ਮਹੀਨਾ ਹੈ। ਇਸ ਹਫ਼ਤੇ ਇੱਕ ਕ੍ਰੈਗਸਲਿਸਟ ਦੇ ਇਸ਼ਤਿਹਾਰ ਤੋਂ ਬਾਅਦ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਰਾਏਦਾਰ ਵੈਨਕੂਵਰ 'ਚ ਰਹਿਣ ਲਈ ਅਜਿਹੇ ਕਮਰਿਆਂ ਦਾ $750 ਪ੍ਰਤੀ ਮਹੀਨਾ ਦੇਣ ਲਈ ਵੀ ਤਿਆਰ ਨੇ ਜਿਸ 'ਚ ਇੱਕ ਕਮਰੇ 'ਚ ਸਿਰਫ ਇੱਕ ਸਿੰਗਲ ਬੈੱਡ, ਗੱਦੇ ਅਤੇ ਇੱਕ ਨਾਈਟ ਸਟੈਂਡ ਜਿੰਨੀ ਹੀ ਜਗ੍ਹਾ ਹੈ ਅਤੇ ਕਮਰੇ 'ਚ ਕੋਈ ਖਿੜਕੀ ਵੀ ਮੌਜੂਦ ਨਹੀਂ ਹੈ। ਇਹ ਕਮਰਾ ਕੋਈ ਬੈਡਰੂਮ ਨਹੀਂ ਹੈ ਬਲਕਿ ਬਿਨਾਂ ਖਿੜਕੀ ਵਾਲਾ ਡੈਨ ਹੈ ਜੋ ਸਿਰਫ ਨੀਂਦ ਪੂਰੀ ਕਰਨ ਲਈ ਕਿਰਾਏ ਤੇ ਦਿੱਤਾ ਜਾ ਰਿਹਾ ਹੈ ਅਤੇ 1 ਜੂਨ ਤੋਂ ਇਹ ਕਮਰਾ ਉਪਲਬਧ ਹੋਵੇਗਾ। ਇਸ਼ਤਿਹਾਰ ਦੇ ਮੁਤਾਬਕ ਬਾਕੀ ਦਾ ਅਪਾਰਟਮੈਂਟ 2 ਰੂਮਮੇਟਸ ਦੇ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਇਸ ਕਮਰੇ ਦੀ ਕੀਮਤ $750 ਪ੍ਰਤੀ ਮਹੀਨਾ ਹੈ ਜਿਸ 'ਚ ਇੰਟਰਨੈਟ ਤੇ ਹੋਰ ਚੀਜ਼ਾਂ ਮੌਜੂਦ ਨਹੀਂ ਨੇ। ਇਹ ਕਮਰਾ ਗ੍ਰੈਨਵਿਲ ਸਕਾਈ ਟ੍ਰੇਨ ਸਟੇਸ਼ਨ ਦੇ ਅਪਾਰਟਮੈਂਟ 'ਚ ਮੌਜੂਦ ਹੈ। ਇਸ਼ਤਿਹਾਰ ਵਿੱਚ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਜਿਹੜੇ ਕਿਰਾਏਦਾਰ ਇੱਕ ਡੈਨ ਲਈ ਹਜ਼ਾਰਾਂ ਡਾਲਰ ਭਰਨ ਲਈ ਤਿਆਰ ਨੇ ਉਹ ਆਪਣੇ ਰੂਮਮੇਟਸ ਦੇ ਬੈਡਰੂਮ ਨੂੰ ਛੱਡ ਕੇ ਬਾਕੀ ਦਾ ਪੂਰਾ ਅਪਾਰਟਮੈਂਟ ਵਰਤ ਸਕਦੇ ਨੇ। ਵੈਨਕੂਵਰ ਦੇ ਵਿੱਚ ਕਮਰਾ ਕਿਰਾਏ ਤੇ ਦੇਣ ਲਈ ਐਦਾਂ ਦੇ ਇਸ਼ਤਿਹਾਰ ਆਮ ਹੀ ਵੇਖਣ ਨੂੰ ਮਿਲਦੇ ਨੇ ਕਿਉਂਕਿ ਕਿਰਾਏਦਾਰ ਅਜਿਹੇ ਕਮਰਿਆਂ ਦਾ ਵੱਧ ਕਿਰਾਇਆ ਦੇਣ ਲਈ ਤਿਆਰ ਹੁੰਦੇ ਨੇ ਕਿਉਂਕਿ ਇਸ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਸਸਤੀ ਥਾਂ ਨਹੀਂ ਹੁੰਦੀ ਜਿੱਥੇ ਉਹ ਆਪਣੇ ਰਹਿਣ ਦਾ ਪ੍ਰਬੰਧ ਕਰ ਸਕਣ। ਜਾਣਕਾਰੀ ਮੁਤਾਬਕ ਡਾਊਨਟਾਊਨ ਦੇ ਵਿੱਚ ਵਧੀਆ ਕਮਰੇ ਦਾ ਕਿਰਾਇਆ $1000 ਅਤੇ $1550 ਦੇ ਕਰੀਬ ਹੈ ਜਿਸ ਕਰਕੇ ਕਈਆਂ ਨੂੰ ਡੈਨ ਦਾ $750 ਕਿਰਾਇਆ ਦੇਣਾ ਠੀਕ ਲੱਗਦਾ ਹੈ ਅਤੇ ਜੇਕਰ ਕੋਈ ਰੂਮਮੇਟ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਉਸ ਨੂੰ 1 ਮਹੀਨੇ ਲਈ $2000 ਜਾਂ ਇਸ ਤੋਂ ਵੱਧ ਕਿਰਾਇਆ ਦੇਣਾ ਪੈ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕਿਹਾ ਗਿਆ ਸੀ ਕਿ 1 ਜੂਨ ਤੋਂ ਇਹ ਮੌਜੂਦ ਹੈ ਕਿ ਇਸ ਕਮਰੇ ਨੂੰ ਕਿਰਾਏ ਦੇ ਉੱਤੇ ਲਿਆ ਜਾ ਸਕਦਾ ਹੈ ਪਰ ਜਦੋਂ ਖਬਰਾਂ ਦੇ ਵਿੱਚ ਇਹ ਵਿਗਿਆਪਨ ਆ ਗਿਆ ਤਾਂ ਉਸ ਤੋਂ ਬਾਅਦ ਇਸ ਵਿਗਿਆਪਨ ਨੂੰ ਹਟਾ ਦਿੱਤਾ ਗਿਆ ਕ੍ਰੈਗਲਿਸਟ ਤੋਂ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ ਜੋ ਕਿ ਇੱਕ ਇੰਟਰਨੈਸ਼ਨਲ ਵਿਦਿਆਰਥੀ ਨੇ $2.5 ਲੱਖ ਦੀ ਲੋਟਰੀ ਜਿੱਤੀ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ। ਕੈਲਗਰੀ ਵਿੱਚ ਰਹਿਣ ਵਾਲੇ ਇਸ ਨੌਜਵਾਨ ਨੇ $2.5 ਲੱਖ ਦੀ ਲੋਟਰੀ ਜਿੱਤੀ ਹੈ। ਇਹ ਇੱਕ ਜ਼ਿੰਗ ਟਿਕਟ ਜੋ ਕਿ ਉਸੇ ਸਮੇਂ ਸਕ੍ਰੈਚ ਕਰਨੀ ਹੁੰਦੀ ਹੈ ਉਸ ਦੇ ਵਿੱਚੋਂ ਉਸਨੇ ਲੋਟਰੀ ਜਿੱਤੀ ਜੋ ਕਿ ਸਰਕਲ ਕੇ 3700 ਬਲਾਕ 26 ਐਵੇਨਿਊ ਨਾਰਥ ਈਸਟ ਉਸਨੇ ਇਹ ਟਿਕਟ ਲਈ ਸੀ। ਜੋਬਿਨਦੀਪ ਸਿੰਘ ਜੋ ਕਿ ਇੰਟਰਨੈਸ਼ਨਲ ਵਿਦਿਆਰਥੀ ਹੈ ਜਿਸ ਦਾ ਕਿ ਯੂਨੀਵਰਸਿਟੀ ਦਾ ਇਹ ਆਖਰੀ ਸਾਲ ਹੈ ਉਸਨੇ ਜ਼ਿਕਰ ਕੀਤਾ। ਇਸ ਟਿਕਟ ਦੇ ਵਿੱਚੋਂ ਜੋ ਉਸਨੇ $2.5 ਲੱਖ ਜਿੱਤੇ ਨੇ। ਜੋਬਿਨਦੀਪ ਸਿੰਘ ਦਾ ਕਹਿਣਾ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਉਸਨੇ ਲੋਟਰੀ ਜਿੱਤੀ ਤੇ ਪਹਿਲੀ ਵਾਰ ਉਸਨੇ ਜ਼ਿੰਗ ਟਿਕਟ ਖਰੀਦੀ ਸੀ ਜਿਸ ਦੇ ਵਿੱਚੋਂ ਉਸਨੂੰ ਇਹ ਜਿੱਤ ਮਿਲੀ ਹੈ। ਇਸ ਦੌਰਾਨ ਉਸਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਿਸਨੇ ਕਿ ਇਹ ਲੋਟਰੀ ਦਸੰਬਰ 17, 2021 ਨੂੰ ਜਿੱਤੀ ਸੀ ਤੇ 29 ਅਪ੍ਰੈਲ 2022 ਨੂੰ ਉਸਨੂੰ $2.5 ਲੱਖ ਮਿਲੇ ਨੇ ਜਿਸ ਨੂੰ ਲੈ ਕੇ ਉਸਨੇ ਕਿਹਾ ਕਿ ਹੁਣ ਜਿਵੇਂ ਕਿ ਉਸਦੀ ਯੂਨੀਵਰਸਿਟੀ ਦੀ ਪੜ੍ਹਾਈ ਕਾਫੀ ਮਹਿੰਗੀ ਹੈ ਇਸ ਵਾਸਤੇ ਉਹ ਖਰਚ ਸਕਦਾ ਹੈ ਜਿਸ ਦਾ ਕਹਿਣਾ ਹੈ ਕਿ ਉਸਦਾ ਇਹੋ ਪਲਾਨ ਹੈ ਕਿ ਉਹ ਆਪਣੀ ਪੜ੍ਹਾਈ ਦੇ ਉੱਤੇ ਹੀ ਇਸ ਪੈਸੇ ਦੀ ਵਰਤੋਂ ਕਰੇਗਾ। ਅੱਗੇ ਜਾਣਕਾਰੀ ਇੱਕ ਕਾਰਡੀਓਲੋਜਿਸਟ ਜਿਸ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਹੋਏ ਨੇ ਉਸ ਦੇ ਬਾਰੇ ਅੱਗੇ ਜਾਣਕਾਰੀ ਹੋਰ ਦੱਸਾਂਗੇ ਕਿ ਕੀ ਇਸ ਦੇ ਉੱਤੇ ਅਪਡੇਟ ਆਈ ਹੈ। ਕੈਲਗਰੀ 'ਚ ਇੱਕ ਕਾਰਡੀਓਲੋਜਿਸਟ ਤੇ 4 ਹੋਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਨੇ। ਕਾਰਡੀਓਲੋਜਿਸਟ ਦੇ ਅਕਤੂਬਰ 2021 'ਚ ਪਹਿਲਾਂ ਵੀ ਇੱਕ ਮਰੀਜ਼ ਵੱਲੋਂ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ 'ਚ ਪੀੜਤਾ ਨੇ ਇਲਜ਼ਾਮ ਲਾਏ ਸੀ ਕਿ ਜਦੋਂ ਉਹ 2012 'ਚ ਆਪਣਾ ਇਲਾਜ ਕਰਵਾਉਣ ਗਈ ਸੀ ਤਾਂ ਬਿਨਾਂ ਉਸ ਦੀ ਮਰਜ਼ੀ ਤੋਂ ਕਾਰਡੀਓਲੋਜਿਸਟ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਫਰਵਰੀ 'ਚ ਮੁਲਜ਼ਮ ਤੇ ਮਾਮਲਾ ਦਰਜ ਕਰਨ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ 4 ਹੋਰ ਅਜਿਹੇ ਮਰੀਜ਼ ਸਾਹਮਣੇ ਆਏ ਜਿਨ੍ਹਾਂ ਨਾਲ ਜਿਨਸੀ ਸ਼ੋਸ਼ਣ ਹੋਇਆ ਸੀ। ਕੈਲਗਰੀ ਪੁਲਿਸ ਸਰਵਿਸ ਵੱਲੋਂ ਬਿਆਨ ਦਿੱਤਾ ਗਿਆ ਕਿ ਮੈਡੀਕਲ ਸੇਵਾਵਾਂ ਦੌਰਾਨ ਆਪਣੇ ਇਲਾਜ ਕਰਵਾਉਣ ਜਾਣ ਵਾਲੇ ਹਰ ਵਿਅਕਤੀ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ ਅਤੇ ਜਿਨ੍ਹਾਂ ਨਾਲ ਵੀ ਇਹ ਘਟਨਾ ਵਾਪਰਦੀ ਹੈ ਇਹ ਬਹੁਤ ਹੀ ਮੰਦਭਾਗਾ ਹੈ। ਐਲਬਰਟਾ 'ਚ ਮਈ ਦੇ ਮਹੀਨੇ ਨੂੰ ਸੈਕਸ਼ੂਅਲ ਅਵੇਅਰਨੈਸ ਮੰਥ ਵਜੋਂ ਮਨਾਇਆ ਜਾਂਦਾ ਹੈ। ਕੈਲਗਰੀ ਕਮਿਊਨਿਟੀਜ਼ ਅਗੇਂਸਟ ਸੈਕਸ਼ੂਅਲ ਅਬਿਊਜ਼ ਵੱਲੋਂ ਆਪਣੇ ਨੰਬਰ ਜਾਰੀ ਕੀਤੇ ਗਏ ਨੇ, ਜਿਸ ਤੇ ਕਾਲ ਕਰਨ ਤੇ ਜਿਨਸੀ ਸ਼ੋਸ਼ਣ ਜਾਂ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। 4032375888 ਤੇ ਕਾਲ ਕਰਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਮਦਦ ਦੀ ਮੰਗ ਕਰ ਸਕਦੇ ਨੇ। ਜੇਕਰ ਕੋਈ ਵੀ ਅਜਿਹਾ ਪੀੜਤ ਹੈ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਹੈ ਤਾਂ ਉਹ CPS ਦੀ ਨੌਨ ਐਮਰਜੈਂਸੀ ਲਾਈਨ ਤੇ ਵੀ ਕਾਲ ਕਰਕੇ ਜਾਣਕਾਰੀ ਦੇ ਸਕਦਾ ਹੈ, ਜਿਸ ਦਾ ਨੰਬਰ ਹੈ 4032661234। ਸੜਕ ਹਾਦਸੇ ਵਿੱਚ ਇੱਕ ਵਿਅਕਤੀ ਨੇ ਜਾਨ ਗਵਾ ਦਿੱਤੀ ਸੀ, ਜਿਸ ਦੀ ਕਿ ਪਛਾਣ ਹੁਣ ਹੋ ਗਈ ਹੈ ਤੇ ਇਸ ਦੇ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ GoFundMe ਦੇ ਉੱਤੇ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸਿਆ ਕਿ ਇਹ ਪੂਰਾ ਮਾਮਲਾ ਸਾਊਥ ਈਸਟ ਕੈਲਗਰੀ 'ਚ ਸੜਕ ਹਾਦਸੇ ਦੌਰਾਨ ਹੋਈ ਵਿਅਕਤੀ ਦੇ ਮੌਤ ਦੇ ਮਾਮਲੇ 'ਚ ਮ੍ਰਿਤਕ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਸ਼ਹਿਰ 'ਚ ਆ ਕੇ ਉਸ ਦੀ ਪਛਾਣ ਕੀਤੀ ਗਈ ਅਤੇ ਮੰਗ ਕੀਤੀ ਕਿ ਉਸ ਦੀ ਦੇਹ ਨੂੰ ਓਨਟਾਰੀਓ ਲਿਜਾਣ ਵਾਸਤੇ ਪਰਿਵਾਰ ਦੀ ਮਦਦ ਕੀਤੀ ਜਾਵੇ, ਜਿਸ ਦੇ ਲਈ GoFund ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ 69 ਸਾਲਾਂ ਦੇ ਬਜ਼ੁਰਗ ਵੱਲੋਂ ਕਾਰ ਚਲਾਈ ਜਾ ਰਹੀ ਸੀ ਤੇ ਜਦੋਂ ਕਾਰ ਨੇ ਸੈਂਟਰ ਮੈਡੀਅਨ ਕ੍ਰਾਸ ਕੀਤਾ ਤਾਂ ਉਸ ਤੋਂ ਬਾਅਦ ਗੱਡੀ ਦੂਜੇ ਵਿਅਕਤੀ ਦੀ ਕਾਰ ਨਾਲ ਜਾ ਟਕਰਾਈ, ਜਿਸ ਨਾਲ ਦੋਵੇਂ ਵਾਹਨ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ 'ਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਬਜ਼ੁਰਗ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਨੇ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਪੀਟਰਬਰੋ 'ਚ ਰਹਿੰਦਾ ਹੈ ਅਤੇ ਉਹਨਾਂ ਦੀ ਮਦਦ ਲਈ ਹੁਣ ਤੱਕ $10,000 ਦਾ ਫੰਡ ਇਕੱਠਾ ਹੋਇਆ ਹੈ ਤਾਂ ਜੋ ਆਪਣੇ ਬੱਚੇ ਦੀ ਮ੍ਰਿਤਕ ਦੇਹ ਨੂੰ ਘਰ ਲਿਜਾ ਸਕਣ। ਪੁਲਿਸ ਵੱਲੋਂ ਹਾਦਸੇ ਦੀ ਵਜ੍ਹਾ ਕਾਰ ਦੀ ਤੇਜ਼ ਸਪੀਡ ਦੱਸੀ ਜਾ ਰਹੀ ਹੈ, ਪਰ ਮਾਮਲਾ ਦਰਜ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅੱਗੇ ਜਾਣਕਾਰੀ ਜੋ ਉੱਤਰੀ ਵੈਨਕੂਵਰ ਵਿੱਚ RCMP ਨੇ ਦੱਸਿਆ ਕਿ 6 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਨਸ਼ਾ ਤੇ ਸੋਨਾ ਤੇ ਚਾਂਦੀ ਵੀ ਬਰਾਮਦ ਕੀਤਾ ਗਿਆ ਹੈ। ਵੈਨਕੂਵਰ 'ਚ RCMP ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਸ਼ੇ ਅਤੇ ਨਕਦੀ ਜ਼ਬਤ ਕੀਤੀ ਅਤੇ ਸੋਨਾ ਤੇ ਚਾਂਦੀ ਵੀ ਬਰਾਮਦ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆਂ ਵੈਨਕੂਵਰ ਆਈਲੈਂਡ 'ਚ ਫੈਡਰਲ ਆਰਗੇਨਾਈਜ਼ਡ ਕ੍ਰਾਈਮ ਟੀਮ ਵੱਲੋਂ ਕੀਤੀ ਗਈ, ਜਦੋਂ ਉਹਨਾਂ ਵੱਲੋਂ ਵੈਨਕੂਵਰ ਅਤੇ ਵਿਕਟੋਰੀਆ 'ਚ 6 ਮੁਲਜ਼ਮਾਂ ਦੀ ਭਾਲ 'ਚ ਸਰਚ ਵਾਰੰਟ ਜਾਰੀ ਕੀਤੇ ਗਏ ਅਤੇ 5 ਵਾਹਨਾਂ ਤੇ 2 ਭਾਈਚਾਰਿਆਂ 'ਚ ਮੁਲਜ਼ਮਾਂ ਦੀ ਭਾਲ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ। ਲਾਸ ਐਂਜਲਸ 'ਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸ ਦੇ ਨਾਲ-ਨਾਲ ਫੈਡਰਲ ਜਾਂਚਕਰਤਾਵਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸਤੰਬਰ ਅਤੇ ਦਸੰਬਰ ਦੇ ਮਹੀਨੇ 'ਚ ਮਾਮਲੇ ਦੀ ਜਾਂਚ ਲਈ ਮੁਲਜ਼ਮਾਂ ਦੀ ਭਾਲ ਕੀਤੀ ਗਈ। RCMP ਨੇ ਜਾਣਕਾਰੀ ਦਿੱਤੀ ਕਿ 11 ਛਾਪੇਮਾਰੀਆਂ ਦੌਰਾਨ 1 ਦਰਜਨ ਤੋਂ ਵੀ ਵੱਧ ਗੈਰ ਕਾਨੂੰਨੀ ਨਸ਼ੇ ਜ਼ਬਤ ਕੀਤੇ ਗਏ ਨੇ ਅਤੇ ਇਸ ਦੇ ਨਾਲ ਹੀ $3,67,346 ਦੀ ਨਕਦੀ, $35,000 ਦੀ ਕੀਮਤ ਦਾ ਸੋਨਾ ਅਤੇ $5,987 ਦੀ ਚਾਂਦੀ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਗੈਰ ਕਾਨੂੰਨੀ ਭੰਗ ਦੇ ਪ੍ਰੋਡਕਟਸ ਵੀ ਜ਼ਬਤ ਕੀਤੇ ਗਏ ਨੇ, ਜਿਨ੍ਹਾਂ 'ਚ ਗਮੀਜ਼, ਚਾਕਲੇਟ ਅਤੇ ਹੋਰ ਅਜਿਹੀਆਂ ਚੀਜ਼ਾਂ ਸ਼ਾਮਲ ਨੇ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ਤੇ ਅਜੇ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਕੈਨੇਡਾ ਭਰ ਵਿੱਚ ਇਮੀਗ੍ਰੇਸ਼ਨ ਬੈਕਲੌਗ ਤੇ ਨਾਲ ਹੀ ਹੋਰ ਕੰਮਾਂ ਵਿੱਚ ਬੈਕਲੌਗ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਬਬ ਬਣਿਆ ਹੀ ਹੋਇਆ, ਪਰ ਇਸ ਸਮੇਂ ਪਾਸਪੋਰਟ ਬੈਕਲੌਗ ਵੀ ਕਾਫੀ ਜ਼ਿਆਦਾ ਚੁਣੌਤੀ ਕਈ ਕੈਨੇਡਾ ਵਾਸੀਆਂ ਦੇ ਲਈ ਬਣਿਆ ਹੋਇਆ ਹੈ, ਜੋ ਕਿ ਆਪਣੇ ਪਾਸਪੋਰਟ ਇਸ ਸਮੇਂ ਰੀਨਿਊ ਕਰਵਾਉਣਾ ਚਾਹੁੰਦੇ ਨੇ ਜਾਂ ਫਿਰ ਬਣਵਾਉਣਾ ਚਾਹੁੰਦੇ ਨੇ। ਉਹਨਾਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ, ਜਿਸ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕੇ ਗਏ। ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਬੈਕਲੌਗ ਪ੍ਰਵਾਸੀਆਂ ਵਾਸਤੇ ਜਾਂ ਫਿਰ ਉਹ ਕੈਨੇਡਾ ਵਾਸੀ ਜਿਹੜੇ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ, ਤਾਂ ਨਾਲ ਹੀ ਇਸ ਸਮੇਂ ਕੈਨੇਡਾ ਵਾਸੀਆਂ ਦੇ ਲਈ ਪਾਸਪੋਰਟ ਬੈਕਲੌਗ ਵੀ ਇੱਕ ਵੱਡੀ ਚੁਣੌਤੀ ਹੈ। ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਜਿੱਥੇ ਇੱਕ ਪਾਸੇ ਇਸ ਸਮੇਂ ਕੈਨੇਡਾ ਵਾਸੀ ਟਰੈਵਲ ਦੇ ਪਲਾਨ ਬਣਾ ਰਹੇ ਨੇ, ਤਾਂ ਨਾਲ ਹੀ ਕਈ ਆਪਣੇ ਪਾਸਪੋਰਟ ਅਪਲਾਈ ਕਰ ਰਹੇ ਨੇ ਤਾਂ ਕਈ ਰੀਨਿਊ ਕਰਵਾ ਰਹੇ ਨੇ। ਅਜਿਹੇ ਵਿੱਚ ਉਹਨਾਂ ਨੂੰ ਲੰਮੀ ਉਡੀਕ ਕਰਨੀ ਪੈਂਦੀ ਹੈ। ਪਾਸਪੋਰਟ ਦਫ਼ਤਰਾਂ ਦੇ ਅੱਗੇ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਨੇ, ਜਿੱਥੇ ਕਿ ਸਵੇਰ ਦੇ ਸਮੇਂ ਤੋਂ ਹੀ ਲੰਮੀਆਂ ਕਤਾਰਾਂ ਦੇ ਵਿੱਚ ਲੋਕ ਆ ਕੇ ਖੜ ਜਾਂਦੇ ਨੇ ਤੇ ਲੰਮਾ ਚਿਰ ਉਡੀਕ ਕੀਤੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਖਿਰ ਉਹਨਾਂ ਦਾ ਪਾਸਪੋਰਟ ਮਿਲੇਗਾ ਕਦੋਂ ਤੱਕ, ਜਿਸ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਕੰਜ਼ਰਵੇਟਿਵਸ ਦੇ ਵੱਲੋਂ ਇਸ ਮੁੱਦੇ ਨੂੰ ਕਾਫੀ ਜ਼ਿਆਦਾ ਚੁੱਕਿਆ ਜਾ ਰਿਹਾ ਹੈ। ਕੰਜ਼ਰਵੇਟਿਵ MP ਜਸਰਾਜ ਸਿੰਘ ਹੱਲਣ ਨੇ ਇਸ ਦੇ ਬਾਰੇ ਜ਼ਿਕਰ ਕੀਤਾ, ਜਿਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਇਮੀਗ੍ਰੇਸ਼ਨ ਬੈਕਲੌਗ ਦੇ ਉੱਤੇ ਤਾਂ ਕੰਮ ਹੋ ਨਹੀਂ ਸਕਿਆ ਤੇ ਨਾਲ ਹੀ ਪਾਸਪੋਰਟ ਬੈਕਲੌਗ ਇਸ ਸਮੇਂ ਜੋ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ, ਉਸ ਵਾਸਤੇ ਆਖਿਰ ਲਿਬਰਲ ਸਰਕਾਰ ਕਦੋਂ ਤੇ ਕਿਵੇਂ ਦੇ ਕਦਮ ਚੁੱਕੇਗੀ।
ਇਸ ਦੌਰਾਨ ਜਸਰਾਜ ਸਿੰਘ ਹੱਲਣ ਵੱਲੋਂ ਲਿਬਰਲ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਗਿਆ ਕਿ ਜਿਵੇਂ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਜ਼ਿਆਦਾ ਲੋਕ ਟਰੈਵਲ ਕਰਨਗੇ, ਇਸ ਦੇ ਬਾਰੇ ਪਹਿਲਾਂ ਹੀ ਸਰਕਾਰ ਨੂੰ ਤਿਆਰੀ ਰੱਖਣੀ ਚਾਹੀਦੀ ਸੀ, ਪਰ ਅਜਿਹਾ ਕੀਤਾ ਨਹੀਂ ਗਿਆ ਤੇ ਹੁਣ ਪਾਸਪੋਰਟ ਲਈ ਲੰਮੀਆਂ ਕਤਾਰਾਂ ਵਿੱਚ ਕੈਨੇਡਾ ਵਾਸੀ ਸਵੇਰ ਦੇ 4 ਵਜੇ ਤੋਂ ਹੀ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਕੁਝ ਸਾਫ਼ ਪਤਾ ਨਹੀਂ ਹੁੰਦਾ ਕਿ ਆਖਿਰ ਕਦੋਂ ਤੱਕ ਪਾਸਪੋਰਟ ਉਹਨਾਂ ਨੂੰ ਮਿਲੇਗਾ। ਪਾਸਪੋਰਟ ਬੈਕਲੌਗ ਦੇ ਉੱਤੇ ਹੁਣ ਕਦੋਂ ਕੰਮ ਹੋਵੇਗਾ, ਇਸ ਦੇ ਬਾਰੇ ਸਵਾਲ ਪੁੱਛਿਆ ਗਿਆ। Backlogs are a common theme under this Liberal government, whether it's for veterans, seniors, immigration, and now passports. Despite knowing that Canadians want to travel and need to get their passports renewed, this government has failed to prepare. Now, people are having to wait in long lineups at 4 a.m. and have no way of knowing when they will finally get their passport. When will the minister do her job and clear up the passport backlog? They knew it was coming. ਤਾਂ ਦੂਜੇ ਪਾਸੇ ਲਿਬਰਲਸ ਦਾ ਕਹਿਣਾ ਹੈ ਕਿ ਪਾਸਪੋਰਟ ਦਫ਼ਤਰਾਂ ਵਿੱਚ ਹੋਰ ਕਾਮੇ ਵੀ ਰੱਖੇ ਗਏ ਨੇ, 3 ਹੋਰ ਥਾਵਾਂ ਦੇ ਉੱਤੇ ਪਾਸਪੋਰਟ ਸਰਵਿਸ ਵੀ ਸ਼ੁਰੂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕੰਮ ਕਰਨ ਵਾਸਤੇ ਉਹ ਬਣਦੇ ਕਦਮ ਚੁੱਕ ਰਹੇ ਨੇ। Honourable Parliamentary Secretary. Thank you, Madam Speaker. It seems that I'm answering a lot of questions today. Just to answer my colleague on his questions, Let's allow the honourable member, Parliamentary Secretary, to respond, so that the honourable member can have the answer to his question. Thank you, Madam Speaker. As I mentioned earlier, there's an overwhelming increase in demand for passport services at this time, nearly 40%. And the Minister has been working with officials. As I mentioned before, we've already hired, as of December, 500 new passport employees, but we've done more than that, Madam Speaker. We created 3 additional passport application processing centres. We've extended service into weekends and overtime. Our Service Canada officials are working day and night to make sure that Canadians get the passports and services they need. Thank you. ਹੁਣ ਤੁਹਾਨੂੰ ਦੱਸਾਂਗੇ ਕਿ ਜੋ ਸਰੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਬੱਸ ਦੇ ਵਿੱਚ ਲੜਕੀ ਦੇ ਉੱਤੇ ਅਣਜਾਣ ਵਿਅਕਤੀ ਨੇ ਹਮਲਾ ਕਰ ਦਿੱਤਾ ਤੇ ਉਸ ਵਿਅਕਤੀ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਵੈਨਕੂਵਰ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ 'ਚ ਇੱਕ ਅਣਪਛਾਤਾ ਵਿਅਕਤੀ ਇੱਕ ਨਾਬਾਲਗ ਬੱਚੀ ਦੇ ਸਿਰ ਤੇ ਹਮਲਾ ਕਰਦਾ ਵਿਖਾਈ ਦੇ ਰਿਹਾ ਹੈ। ਇਹ ਪੂਰਾ ਮਾਮਲਾ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਬੱਸ ਦਾ ਹੈ ਜੋ ਕਿ ਪਿਛਲੇ ਮਹੀਨੇ ਵਾਪਰਿਆ ਸੀ। ਪੁਲਿਸ ਵੱਲੋਂ ਇਸ ਸ਼ੱਕੀ ਮੁਲਜ਼ਮ ਦੀ ਕੈਮਰੇ 'ਚ ਆਈਆਂ ਤਸਵੀਰਾਂ ਜਾਰੀ ਕੀਤੀ ਗਈਆਂ ਨੇ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਹੈ। ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 17 ਸਾਲਾਂ ਦੀ ਪੀੜਤ ਬੱਚੀ ਤੇ 1 ਅਪ੍ਰੈਲ ਨੂੰ ਸਰੀ 'ਚ ਇੱਕ ਬੱਸ 'ਚ ਹਮਲਾ ਹੋਇਆ ਸੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੀੜਤ ਬੱਚੀ ਬੱਸ ਦੀ ਪਿਛਲੀ ਸੀਟ ਤੇ ਬੈਠੀ ਹੈ, ਜਿਸ 'ਚ ਇੱਕ ਅਣਪਛਾਤਾ ਵਿਅਕਤੀ ਪਿੱਛੇ ਜਾ ਕੇ ਉਸੇ ਸੀਟ ਤੇ ਥੋੜੀ ਦੂਰ ਬੈਠ ਜਾਂਦਾ ਹੈ ਅਤੇ ਥੋੜੀ ਦੇਰ ਬਾਅਦ ਉਹ ਖੜਾ ਹੋ ਕੇ ਬੱਸ 'ਚ ਇੱਧਰ-ਉੱਧਰ ਵੇਖਦਾ ਦਿਖਾਈ ਦੇ ਰਿਹਾ ਹੈ ਅਤੇ ਅਚਾਨਕ ਹੀ ਉਹ ਕੁੜੀ ਕੋਲ ਜਾਂਦਾ ਹੈ ਅਤੇ ਉਸਦੇ ਸਿਰ ਤੇ ਹਮਲਾ ਕਰ ਦਿੰਦਾ ਹੈ, ਜਿਸ ਤੋਂ ਬਾਅਦ ਪੀੜਤ ਆਪਣੀਆਂ ਐਨਕਾਂ ਚੱਕਦੀ ਨਜ਼ਰ ਆਉਂਦੀ ਹੈ, ਪਰ ਮੁਲਜ਼ਮ ਵਿਅਕਤੀ ਬੱਚੀ ਦੇ ਮੂੰਹ ਤੇ ਗੋਡੇ ਨਾਲ ਮੁੜ ਤੋਂ ਹਮਲਾ ਕਰਦਾ ਵਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਜਦੋਂ ਪੀੜਤ ਬੱਚੀ ਵੱਲੋਂ ਬੱਸ ਡਰਾਈਵਰ ਨੂੰ ਸ਼ਿਕਾਇਤ ਕੀਤੀ ਗਈ ਤਾਂ ਮੁਲਜ਼ਮ ਨੂੰ ਬੱਸ ਤੋਂ ਉਤਾਰ ਦਿੱਤਾ ਗਿਆ। ਘਰ ਪਹੁੰਚਣ ਤੋਂ ਬਾਅਦ ਬੱਚੀ ਨੇ ਪੁਲਿਸ ਨੂੰ ਫੋਨ ਕਰਕੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਪਿਛਲੇ ਹਫ਼ਤੇ ਹੀ ਮੁਲਜ਼ਮ ਦੀ ਤਸਵੀਰ ਅਤੇ ਪੂਰੀ ਘਟਨਾ ਦੀ ਵੀਡੀਓ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਕੋਲੋਂ ਮੁਲਜ਼ਮ ਦੀ ਭਾਲ ਲਈ ਮਦਦ ਦੀ ਮੰਗ ਕੀਤੀ ਗਈ ਹੈ। ਜੇਕਰ ਕਿਸੇ ਕੋਲ ਵੀ ਤਸਵੀਰ 'ਚ ਦਿਸ ਰਹੇ ਮੁਲਜ਼ਮ ਬਾਰੇ ਕੋਈ ਵੀ ਜਾਣਕਾਰੀ ਮੌਜੂਦ ਹੈ ਤਾਂ ਉਹ ਟ੍ਰਾਂਜ਼ਿਟ ਪੁਲਿਸ ਨੂੰ 6045158300 ਤੇ ਕਾਲ ਕਰਕੇ ਜਾਣਕਾਰੀ ਦੇ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।